सिमरो अंगद दुख निकंदन। गुर अमरदास हृदय नित त्यावो। हृदय नित त्यावो। श्री गुरु रामदास गुण गावो। गुर अर्जुन विघ्नन के नाशक। विघ्नन के नाशक। हर गोबिंद शुभ मत प्रकाशक। श्री हर राय नमो कर जोरी। नमो कर जोरी। श्री हर कृष्ण मनाओ बहोरी। तेग बहादुर परम किरपाला। वाहिगुरु परम किरपाला। श्री गुरु गोबिंद सिंह बिसाला। या मैं अमृत ज्ञान है माणक भगत बैराग। श्री गुरु ग्रंथ साहिब उदध बंदों कर अनुराग। एक अंकारा सतगुरु ते प्रसाद सच होए। वाहिगुरु जी की फतेह है। बिघन बिनासन सोए। वाहिगुरु जी की फतेह है। बिघन बिनासन सोए। निकसे प्रथम बाजार पंथ को सने सने गमने इस बात। गरीब नवाज वालिए कुल आलम शाहे शहनशाह सतगुरु धन धन श्री गुरु ग्रंथ साहिब महाराज जी की मुकद्दस मुबारक खुशियां भरी गोद अंदर सज बैठे सतसंगी जनों, वड्ड भाग्य खां निता प्रति दी तरह सतगुरु जी की गोद विच बैठ के शरदा प्रेम भावना दे नाल रब्बी बाणी का कीर्तन आप जी ने सरवण किया। सतगुरु दाता कृपा करे पढ़ी सुनी बाणी साडे जीवन का आधार बन जाए। बाणी अनुसार असी अपना जीवन जी सकीए। चल रही लड़ी गुर इतिहास धन श्री गुरु गोबिंद सिंह महाराज जी का, जिस विच भाई पंजाबे ते भाई गुलाबे दे घर ठहरे सतगुर उचदे पीर बन के भाई गनी खां भाई नवी खां सतगुर जी नूं उत्थों लैके जांदे आ। इस प्रसंग की आप जी दे नाल सांझ कीती जा रही है। आओ सतगुर कृपा करे किस तरह गुरु गोबिंद सिंह महाराज माछीवाड़े की धरती तो निकलते आ ते किस पासे रुख करते आ, ये विचारण का ते समझण का असीं यतन करांगे। प्यार सत्कार अते अदब दे नाल दोवें हथ जोड़ इक्के वारी कहण ते आखो जी वाहिगुरू जी का खालसा वाहिगुरू जी की फतेह। निकसे प्रथम बाजार पंथ को सने सने गमने इस बात। कल दे दीवान विच सांझ कीती सी भाई गनी खां ते भाई नवी खां सतगुर जी पलंग ते विराजमान हो गए। पलंग नूं चंगी तरह शिंगारिया गया।
ਅਗਲੇ ਜਿਹੜੇ ਪਲੰਗ ਦੇ ਪਾਵੇ ਸਨ ਉਹਨਾਂ ਨੂੰ ਭਾਈ ਗਨੀ ਖਾਂ ਤੇ ਭਾਈ ਨਵੀ ਖਾਂ ਨੇ ਆਪਣੇ ਮੋਢਿਆਂ ਤੇ ਚੁੱਕਿਆ ਤੇ ਪਿਛਲੇ 2 ਪਾਵੇ ਜਿਹੜੇ ਸਨ ਉਹਨਾਂ ਪਾਵਿਆਂ ਨੂੰ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਆਪਣੇ ਮੋਢਿਆਂ ਤੇ ਚੁੱਕਿਆ ਤੇ ਭਾਈ ਦਇਆ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰ ਤੇ ਜੋ ਬਣਾਇਆ ਚੌਰ ਸਾਹਿਬ ਮੋਰ ਦਿਆਂ ਖੰਭਾਂ ਵਾਲਾ ਉਹ ਚੌਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰ ਤੇ ਚਲਾਉਂਦੇ ਉੱਥੋਂ ਨਿਕਲਣ ਲੱਗਿਆ। ਕਵੀ ਸੰਤੋਖ ਸਿੰਘ ਕਹਿੰਦੇ ਆ, ਨਿਕਸੇ ਪ੍ਰਥਮ ਬਾਜ਼ਾਰ ਪੰਥ ਕੋ ਸਨੇ ਸਨੇ ਗਮਨੇ ਇਸ ਭਾਂਤ। ਸਨੇ ਸਨੇ ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਕੇ ਬਾਜ਼ਾਰ ਦੇ ਵਿੱਚੋਂ ਸਤਿਗੁਰ ਜੀ ਨਿਕਲ ਰਹੇ ਹਨ। ਜੋ ਬੂਝੈ ਏ ਕੌਣ ਪ੍ਰਿਅੰਕ ਪਰ ਕਿਤ ਤੇ ਆਏ ਕਿਤ ਕੋ ਜਾਤ। ਜਿਹੜਾ ਵੀ ਸਤਿਗੁਰ ਜੀ ਦੀ ਇਸ ਪਾਲਕੀ ਨੂੰ ਵੇਖਦਾ ਹੈ, ਜਿਹੜਾ ਵੀ ਉਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਤੱਕਦਾ ਹੈ, ਇਹੀ ਮਨ ਵਿੱਚ ਸਵਾਲ ਉਹਦੇ ਪੈਦਾ ਹੋ ਜਾਂਦਾ, ਇਹ ਕੌਣ ਨੇ ਤੇ ਕਿੱਥੋਂ ਆਏ ਹਨ। ਨਬੀ ਗਨੀ ਖਾਂ ਉਤਰ ਦੇ ਤਿਨ ਉੱਚ ਨਗਰ ਕੇ ਸਈਅਤ ਜਾਤ। ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਜਿਹੜਾ ਵੀ ਪੁੱਛਦਾ ਹੈ ਉਹਨੂੰ ਇੱਕੋ ਹੀ ਉੱਤਰ ਦਿੰਦੇ ਆ, ਇੱਕੋ ਹੀ ਜਵਾਬ ਦਿੰਦੇ ਆ, ਇਹ ਉੱਚ ਦੇ ਪੀਰ ਨੇ ਤੇ ਹਜ ਕਰਕੇ ਆਏ ਹਨ। ਹਾਜੀ ਹੈ ਹਜ ਕਰੇ ਆਏ ਮਨ ਕੀ ਮੋਜ ਸਹਿਤ ਵਿੱਚ ਰਾਤ। ਕਹਿਣ ਲੱਗੇ ਇਹ ਹਾਜੀ ਨੇ ਤੇ ਹਜ ਕਰਕੇ ਆਏ ਨੇ ਤੇ ਮਨ ਦੇ ਮੌਜੀ ਨੇ, ਜਿੱਥੇ ਇਹਨਾਂ ਦਾ ਮਨ ਕਰਦਾ ਉੱਥੇ ਇਹ ਬਿਰਾਜਮਾਨ ਹੋ ਜਾਂਦੇ ਹਨ। ਸਿੰਘਨ ਸੀਸ ਸਮਸ ਜੋ ਆਪਣੀ ਸੰਗ ਚਾਦਰੇ ਛਾਦਨ ਕੀਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੰਘਾਂ ਨੇ ਆਪਣੇ ਮੋਢਿਆਂ ਤੇ 2 ਨੇ ਚੁੱਕਿਆ ਹੋਇਆ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ। ਕਹਿੰਦੇ ਉਹਨਾਂ ਨੇ ਵੀ ਆਪਣੇ ਕੇਸਾਂ ਨੂੰ ਚਾਦਰੇ ਦੇ ਨਾਲ, ਕੱਪੜੇ ਦੇ ਨਾਲ ਢੱਕਿਆ ਹੋਇਆ ਹੈ ਜੀ। ਗਮਨੇ ਸ੍ਰੀ ਪ੍ਰਭਜਾਤ ਅਗਰ ਕੋ ਪੂਜ ਤੁਰਕ ਗਨ ਕੇ ਬਨ ਪੀਨ। ਕਹਿਣ ਲੱਗੇ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀ ਸ਼ੋਭਾ ਪਾ ਰਿਹਾ, ਬੜਾ ਵੇਖਣ ਵਾਲਾ ਦ੍ਰਿਸ਼ ਕਮਾਲ ਦਾ ਸਭ ਨੂੰ ਨਜ਼ਰ ਆਉਂਦਾ। ਤੇ ਸਤਿਗੁਰੂ ਜੀ ਬਾਰੇ ਕਹਿੰਦੇ ਗਮਨੇ ਸ਼੍ਰੀ ਪ੍ਰਭ ਜਾਤ ਅਗਰ ਕੋ, ਤੇ ਸਤਿਗੁਰੂ ਜੀ ਅਗਾਂਹ ਨੂੰ ਹੀ ਤੁਰੇ ਜਾ ਰਹੇ ਆ ਤੇ ਜਿੱਥੇ ਜਾਂਦੇ ਆ ਤੁਰਕ ਗਨ ਕੇ ਬਨ ਪਿਪਨ। ਕਹਿਣ ਲੱਗੇ ਤੁਰਕ ਹੀ ਚਾਰੇ ਪਾਸੇ ਬੈਠੇ ਨਜ਼ਰ ਆਉਂਦੇ ਹਨ। ਸਰਦਾਵਾਨ ਬੰਦਨਾ ਠਾਨੈ ਹੇਰੇ ਅਦਭੁਤ ਰੂਪ ਨਵੀਨ। ਕਿਉਂਕਿ ਇਹ ਅਦਭੁਤ ਰੂਪ ਹੈ, ਜਿਨ੍ਹਾਂ ਨੇ ਕਦੀ ਇਹ ਰੂਪ ਵੇਖਿਆ ਨਹੀਂ ਸੀ ਉਹਨਾਂ ਲਈ ਇਹ ਰੂਪ ਹੈਰਾਨ ਕਰ ਦੇਣ ਵਾਲਾ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਹਿੰਦੇ ਜਿਨ੍ਹਾਂ ਨੇ ਇਹ ਰੂਪ ਵੇਖਿਆ ਉਹ ਹੈਰਾਨ ਹੋਏ, ਤੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਬੰਦਨਾ ਕੀਤੀਆਂ, ਨਮਸਕਾਰਾਂ ਕੀਤੀਆਂ, ਕਿਉਂਕਿ ਇਸ ਤਰ੍ਹਾਂ ਦਾ ਰੂਪ ਉਹਨਾਂ ਕਦੀ ਵੇਖਿਆ ਨਹੀਂ ਸੀ ਜੀ। ਪੁਰਵਤੀ ਨਿਕਸ ਅਗਰ ਕੇ ਮਗ ਚੱਲ ਸ੍ਰੀ ਸਤਿਗੁਰ ਸਵਰੀਤ ਪਰਬੀਨ। ਇਸ ਤਰ੍ਹਾਂ ਕਵੀ ਜੀ ਕਹਿੰਦੇ ਪੁਰਤੇ ਨਿਕਸ ਅਗਰ ਕੋ ਚਾਲੈ, ਸਤਿਗੁਰੂ ਜੀ ਉਸ ਧਰਤੀ ਤੋਂ ਨਿਕਲ ਕੇ, ਮਾਛੀਵਾੜੇ ਦੀ ਧਰਤੀ ਤੋਂ ਨਿਕਲ ਕੇ ਅਗਾਂਹ ਵੱਧਦੇ ਹਨ। ਕੀਤਿਕ ਕੋਸ ਗਏ ਜਬ ਚਲ ਕਹਿ ਸੈਨਾ ਪਸਰੀ ਤੁਰਕਨ ਕੇਰ। ਜਿਵੇਂ ਜਿਵੇਂ ਪੈਂਡਾ ਦਰ ਪੈਂਡਾ ਸਤਿਗੁਰ ਚੱਲਦੇ ਜਾ ਰਿਹਾ, ਕਿਉਂਕਿ ਹੁਣ ਜਿਹੜੀਆਂ ਫੌਜਾਂ ਚਮਕੌਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਕੇ ਬੈਠੀਆਂ, ਉਹ ਕਿਤੇ ਇਹ ਨਹੀਂ ਕਿ ਵੀ ਥੋੜਾ ਛੋਟਾ ਉਹਨਾਂ ਥਾਂ ਮੱਲਿਆ ਹੋਏਗਾ, ਥਾਂ ਥਾਂ ਤੇ ਕਸਬਿਆਂ ਸ਼ਹਿਰਾਂ ਪਿੰਡਾਂ ਵਿੱਚ ਫੌਜਾਂ ਬੈਠੀਆਂ। ਹੁਣ ਜਿਵੇਂ ਜਿਵੇਂ ਸਤਿਗੁਰੂ ਜੀ ਅੱਗੇ ਵੱਧਦੇ ਆ, ਕਹਿਣ ਲੱਗੇ ਤੁਰਕਾਂ ਦੀਆਂ ਫੌਜਾਂ, ਉਹਨਾਂ ਦੇ ਲੱਗੇ ਤੰਬੂ ਸਾਹਮਣੇ ਉਹਨਾਂ ਨੂੰ ਨਜ਼ਰ ਆਉਂਦੇ ਹਨ। ਫਿਰੇ ਹਜ਼ਾਰੋ ਇੱਜ਼ਤ ਦੌਲਤ ਪਰੇ ਹਜ਼ਾਰੋ ਕਰ ਕਰ ਡੇਰ। ਬੜੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਰਕ, ਪਠਾਨ, ਮੁਗਲ
इधर उधर फिरते हुए नजर आ रहे हैं। उतरियो एक उमराव अगारी 5000 चमू तिस केर। एक उमराव कह लो कि भी उन्हां दा जिहड़ा मेन कोई सूबेदार कुछ भी आपां कह सकते हाँ, वड्डा अफसर उन्हां दा कह सकते हाँ। कह लगे एक उमराव उत्थे उतरिया ते ओहदे पिछे शाही 5000 फौज जिहड़ी है वह भी उहदे नाल जिहड़ी है उत्थे ही गमन करदी है। निकट पर्यंक गुरु को गमनियों के तिक सिपाही आवत हेर। इस तरह सतगुरु जी नूं आउंदियां वेख के ਜਿਹੜੇ ਉਹ फौजी ने ਉਹ फौजियां ਦਾ ਜਿਹੜਾ ਦਸਤਾ ਹੈ, ਜਿਹੜੇ ਉਹ ਅਹਿਲਕਾਰ ਨੇ ਉਹਨਾਂ ਦੀ ਉਹਨਾਂ ਤੇ ਨਜ਼ਰ ਪੈਂਦੀ ਹੈ। ਜਾਹੇ ਕਹਿਓ ਮਰਾਵ ਅਗਾਰੀ ਇੱਕ ਪ੍ਰਯੰਗ ਪਰ ਚੜਿਓ ਸਿਦਾਏ। ਤੇ ਉਹਨਾਂ ਨੇ ਜਾ ਕੇ ਆਪਣੇ ਉਮਰਾਵ ਨੂੰ ਆਖਿਆ, ਉਮਰਾਵ ਜੀ ਇੱਕ ਪਾਲਕੀ ਸੱਜੀ ਹੈ, ਭਾਵ ਕਿ ਇੱਕ ਪਲੰਗ ਸੱਜਿਆ ਹੈ ਤੇ ਪਲੰਗ ਦੇ ਉੱਤੇ ਇੱਕ ਪੀਰ ਜਿਹੜਾ ਹੈ जिस दी शोभा बड़ी आनंदमयी है, बड़ी हैरान कर देने वाली है, वो विराजमान है ते वो इसे पासे वाल नूं आ रहा है। फैली चमू सगल जिस कारण गुरधर भेस निकस न जाए। इत्थे एक बेनती ध्यान नाल सुनियो। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਧਰਤੀ ਤੋਂ ਨਿਕਲਦੇ ਆ, ਉਹ ਇਤਿਹਾਸ ਆਪਾਂ ਸਾਰੇ ਜਾਣਦੇ ਆ। ਸਤਿਗੁਰੂ ਜੀ ਤਾੜੀ ਮਾਰ ਕੇ ਨਿਕਲਦੇ ਆ, ਸਭ ਨੂੰ ਲਲਕਾਰ ਕੇ ਨਿਕਲਦੇ ਆ। ਸੋ ਜਿਹੜੀ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਕਰਨੀ ਚਾਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੱਭਣ ਦੇ ਲਈ ਫੌਜਾਂ ਥਾਂ ਥਾਂ ਤੇ ਬੈਠੀਆਂ ਨੇ। ਹੁਣ ਸਭ ਨੂੰ ਇੱਕ ਗੱਲ ਇਹ ਵੀ ਪਤਾ ਹੈ, किते ना किते ये ना होवे रात या दिन वेले गुरु गोबिंद सिंह महाराज जिहड़े रात नूं सानू चले गए, ताड़ी मार के चमकौर साहिब दी धरती तो निकल गए, ये ना होवे अपना रूप बदल के अपना भेस बदल के किते वो किसी थां तो निकल ना जाण। इस तरह दीयां जिहड़ियां गल्लां ने वो फौजी दस्तियां नूं ते वड्डे वड्डे जिहड़े उमराव खान ने उन्हां नूं समझा दित्ती गई है। थान थान पुर ग्रावन में सब जिरकिर खोजत है समुदाय। कोई ऐसा थां नहीं, कोई एहो जिहा कोना नहीं, कोई एहो जिहा शहर नहीं जिथे धन गुरु गोबिंद सिंह महाराज जी की भाल ना हुंदी होवे। हरेक पासे गुरु गोबिंद सिंह महाराज जी की भाल हो रही है, भाव सतगुरु नूं लभ्या जा रहा है। ते सतगुरु जी नूं लभदिआं कहंदे थान थानपुर ग्रामन में सब हित कित खोजत है समुदाय। टुकड़ियां बना बना के सतगुरु जी नूं खोजिया जा रहा है। सावधान तुम भी कर निर्णय नर ना उपरे तै निकसाए। ते उमराव अपने फौजियां नूं कहन लगा, तुसी सावधान होयो, भाव सावधान हो के रहना। वेख्यो किते गुरु गोबिंद सिंह महाराज अपना भेक बदला के ते सानू चकमा दे के निकल ना जावे। सुन उमराव पठे सुमत नर बूझो जाए प्रंग पर कोई। कहन लगे उमराव ने आख्या, जाओ ਜਿਹੜਾ ਪਲੰਗ ਜਿਸ ਤੇ ਉਹ ਪੀਰ ਬੈਠਾ ਹੈ ਤੇ ਜਿਨ੍ਹਾਂ ਨੇ ਉਹਨੂੰ ਚੁੱਕਿਆ ਹੋਇਆ, ਉਹਨਾਂ ਤੋਂ ਜਾ ਕੇ ਤਸੱਲੀ ਕਰੋ ਕਿ ਅਸਲ ਦੇ ਵਿੱਚ ਇਹ ਕੌਣ ਹੈ, ਕਿੱਥੋਂ ਆਇਆ ਤੇ ਇਹ ਕਿੱਥੇ ਜਾ ਰਿਹਾ ਹੈ। ਤੁਰਤ ਆਏ ਕਰ ਉੱਚੇ ਬੋਲੇ ਖਰੇ ਰਹੋ ਬਤਲਾਵੋ ਸੋਏ। ਅਹਿਲਕਾਰਾਂ ਨੇ ਆ ਕੇ ਪਾਲਕੀ ਦੇ ਕੋਲ ਪਾਲਕੀ ਨੂੰ ਰੋਕਿਆ, ਕਹਿਣ ਲੱਗੇ ਠਹਿਰੋ, ਜਾਣ ਤੋਂ ਪਹਿਲਾਂ ਸਾਨੂੰ ਇਹ ਗੱਲਾਂ ਜਿਹੜੀਆਂ ਤੁਹਾਡੇ ਤੋਂ ਅਸੀਂ ਪੁੱਛਣੀਆਂ ਚਾਹੁੰਦੇ ਹਾਂ, ਸਾਨੂੰ ਉਹ ਦੱਸੋ। ਤੁਰੰਤ ਆਏ ਕਰ ਉੱਚੇ ਬੋਲੇ, ਉੱਚੀ ਪੁਕਾਰ ਕਰਕੇ ਬੋਲੇ ਆ, ਭਾਵ ਆਪਣੇ ਰੋਬ ਦੇ ਵਿੱਚ ਗੁੱਸੇ ਵਿੱਚ ਆ ਕੇ ਬੋਲੇ ਨੇ। ਸਤਿਗੁਰੂ ਜੀ ਨੂੰ ਕਹਿੰਦੇ ਖਰੇ ਰਹੋ ਬਤਲਾਵੋ ਸੋਏ, ਇੱਥੇ ਖੜ ਜਾਵੋ ਤੇ ਸਾਨੂੰ ਕੁਝ ਦੱਸ ਕੇ ਜਾਣਾ ਕਰੋ। ਕਿਤੇ ਆਏ ਜਾਏ ਕਹਾਂ ਕੋ ਜਾਮਾ ਕੌਣ ਆਪ ਕੋ ਹੋਏ। ਕਿੱਥੋਂ ਆਏ ਹੋ ਤੇ ਕਿੱਥੇ ਤੁਸੀਂ ਜਾਣਾ। ਇਹ ਜਾਮਾ ਜਿਹੜਾ ਤੁਸੀਂ ਪਾਇਆ, ਭਾਵ ਇਹ ਜਿਹੜਾ ਤਨ ਤੇ ਵਸਤਰ ਤੁਸੀਂ ਪਾਇਆ, ਇਹ ਵਸਤਰ ਕਿਹਦੀ ਨਿਸ਼ਾਨੀ ਹੈ, ਭਾਵ ਇਹ ਨਿਸ਼ਾਨੀਆਂ ਦੱਸੋ
ਜਿਹੜੀਆਂ ਗੱਲਾਂ ਕਿੱਥੋਂ ਆਏ, ਕਿੱਥੇ ਜਾਣਾ, ਇਹ ਸਾਰੀਆਂ ਗੱਲਾਂ ਦੇ ਜਵਾਬ ਸਾਨੂੰ ਦੇਣਾ ਕਰੋ। ਨਬੀ ਗਨੀ ਖਾਂ ਉੱਤਰ ਦੀਨਸ ਏ ਸੈਯਦ ਉੱਚ ਬਾਸੀ ਜੋਏ। ਹੁਣ ਜਿਨ੍ਹਾਂ ਨੂੰ ਉਸ ਬਾਰੇ ਪਤਾ ਉਹਨਾਂ ਨੇ ਜਵਾਬ ਦੇਣਾ। ਭਾਈ ਗਨੀ ਖਾਂ ਤੇ ਭਾਈ ਨਬੀ ਖਾਂ, ਜਦੋਂ ਦੋਵਾਂ ਨੂੰ ਸਵਾਲ ਕੀਤਾ ਗਿਆ ਤੇ ਦੋਵੇਂ ਬੋਲ ਕੇ ਕਹਿੰਦੇ ਆ ਇਹ ਉੱਚ ਦੇ ਵਾਸੀ ਨੇ, ਭਾਵ ਉੱਚ ਸਥਾਨ ਦੇ ਵਾਸੀ ਨੇ, ਇਹਨਾਂ ਦਾ ਰੁਤਬਾ ਬੜਾ ਉੱਚਾ ਹੈ, ਇਹਨਾਂ ਦੀ ਬੜੀ ਮਹਾਨਤਾ ਹੈ। ਕਹਿਣ ਲੱਗੇ ਇਸ ਕਰਕੇ ਉੱਚ ਦੇ ਸੈਯਦਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ। ਇਹ ਸੈਯਦ ਵੰਸ਼ ਦੇ ਉੱਚ ਦੇ ਪੀਰ ਹਨ। ਕਰੀ ਹਜ ਹਾਜੀ ਏ ਦਿਰਘ ਜਹਾਂ ਮੋਇਤਾ ਨਿਤ ਵਿਚਰੰਤ। ਕਹਿਣ ਲੱਗੇ ਇਹਨਾਂ ਨੇ ਹਜ ਕੀਤਾ ਹੈ ਤੇ ਹਜ ਕਰਨ ਵਾਲੇ ਨੂੰ ਕਹਿੰਦੇ ਆ ਹਾਜੀ, ਜਿਹੜਾ ਹਜ ਕਰ ਆਵੇ ਉਹਨੂੰ ਕਹਿੰਦੇ ਆ ਹਾਜੀ। ਕਹਿਣ ਲੱਗੇ ਇਹ ਹਜ ਕਰਕੇ ਆਏ ਹਾਜੀ ਨੇ। ਤੇ ਦੂਜੀ ਗੱਲ, ਜਹਾਂ ਮੋਜ ਤੈ ਨਿਤ ਵਿਚਰੰਤ, ਜਿੱਥੇ ਇਹਨਾਂ ਦੀ ਮੋਜ ਹੁੰਦੀ ਹੈ ਨਾ, ਜਿੱਥੇ ਇਹਨਾਂ ਦਾ ਮਨ ਖੁਸ਼ ਹੁੰਦਾ ਹੈ, ਉੱਥੇ ਇਹ ਵਿਚਰਦੇ ਆ। ਇਹ ਤਾਂ ਹਜ ਕਰਕੇ ਆਏ ਹਾਜੀ ਆਪਣੀ ਮੋਜ ਦੇ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਵਿਚਰ ਰਹੇ ਹਨ। ਸੁਨਤ ਸਿਪਾਹੀ ਗਮਨੇ ਤੂਰਨ ਕੋਚੇ ਨਿਕੜ ਉਬਰਾਓ ਪਨੰਤ। ਹੁਣ ਜਦੋਂ ਸਿਪਾਹੀਆਂ ਦੇ ਕੰਨਾਂ ਵਿੱਚ ਇਹ ਗੱਲਾਂ ਪਈਆਂ, ਸਿਪਾਹੀਆਂ ਨੇ ਜਦੋਂ ਉਹ ਸਾਰੀਆਂ ਬਾਤਾਂ ਭਾਈ ਗਨੀ ਖਾਂ ਭਾਈ ਨਬੀ ਖਾਂ ਪਾਸੋਂ ਸੁਣੀਆਂ ਤੇ ਜਾ ਕੇ ਉਮਰਾਵ ਭਾਵ ਆਪਣੇ ਹਾਕਮ ਦੇ ਕੋਲ ਉਸੇ ਤਰ੍ਹਾਂ ਬਿਆਨ ਕਰ ਦਿੱਤੀਆਂ ਹਨ। ਸੈਯਦ ਏ ਹਾਜੀ ਹਜ ਕਰਕੇ ਫਿਰਤ ਆਪਣੇ ਮਤੇ ਮਤੰਤ। ਕਹਿਣ ਲੱਗੇ ਜਾ ਕੇ ਉਸ ਹਾਕਮ ਨੂੰ ਉਮਰਾਵ ਨੂੰ ਕਹਿੰਦੇ ਇਹ ਤਾਂ ਹਾਜੀ ਹਜ ਕਰਕੇ ਆਇਆ, ਭਾਵ ਇਹ ਤਾਂ ਆਪਣੇ ਮਤ ਦਾ ਹੈ, ਇਹ ਤਾਂ ਸੈਯਦਾਂ ਦੇ ਵਿੱਚੋਂ ਉੱਚ ਦਾ ਪੀਰ ਹੈ, ਭਾਵ ਇਹ ਤਾਂ ਬੜੀ ਵੱਡੀ ਤੇ ਬੜੀ ਉੱਚੀ ਇੱਕ ਸ਼ਖਸੀਅਤ ਹਨ ਜੀ। ਨਗਰ ਉੱਚ ਕੋ ਬਾਸੀ ਪਾਕਤ ਦੀਰਘ ਪੀਰ ਰੀਤ ਲਖਯੰਤ। ਉੱਚ ਨਗਰ ਦੇ ਵਾਸੀ ਲੱਗਦੇ ਨੇ। ਉਮਰਾਵ ਨੂੰ ਜਾ ਕੇ ਕਹਿੰਦੇ ਉੱਚ ਨਗਰ ਦੇ ਵਾਸੀ ਲੱਗਦੇ ਨੇ। ਤੇ ਦੂਜੀ ਗੱਲ, ਕਵੀ ਜੀ ਕਹਿੰਦੇ ਆ ਪੀਰ ਰੀਤ ਲਖਯੰਤ। ਕਹਿਣ ਲੱਗੇ ਇਹਨਾਂ ਦੇ ਕੋਲ ਜਿਹੜੀ ਰੀਤ ਹੈ ਨਾ ਉਹ ਪੀਰਾਂ ਵਾਲੀ ਹੈ, ਭਾਵ ਜਿਹੜੇ ਸਾਡੇ ਧਰਮ ਦੇ ਅੰਦਰ ਪੀਰ ਹੋਏ ਨੇ ਉਹਨਾਂ ਵਰਗੀ ਇਹਨਾਂ ਦੀ ਜਿਹੜੀ ਹੈ ਦਿੱਖ ਭਾਵ ਭਾਖੀ ਭਾਵ ਨਜ਼ਰ ਆਉਂਦੀ ਹੈ। ਸਗਲ ਕਚਹਿਰੀ ਸੁਨਗਨ ਤੁਰਕਨ ਮਸਲਤ ਕਰੀ ਗੁਰੂ ਨਾ ਸਿਦਾਏ। ਹੁਣ ਜਦੋਂ ਕਚਹਿਰੀ ਦੇ ਅੰਦਰ ਇਹ ਸਾਰੀਆਂ ਗੱਲਾਂ ਆ ਕੇ ਐਲਕਾਰਾਂ ਨੇ ਕੀਤੀਆਂ, ਕਚਹਿਰੀ ਦੇ ਵਿੱਚ ਹੀ ਇੱਕ ਮਤਾ ਹੁੰਦਾ ਹੈ। ਉਹ ਕਿਹੜਾ ਮਤਾ ਵਿਚਾਰਿਆ ਜਾਂਦਾ ਹੈ? ਉਹ ਇਹ ਵਿਚਾਰਿਆ ਜਾਂਦਾ ਸਕਲ ਕਚਹਿਰੀ ਸੁਨ ਗਨ ਤੁਰਕਨ। ਕਹਿਣ ਲੱਗੇ ਉੱਥੇ ਮੁਗਲਾਂ, ਤੁਰਕਾਂ, ਪਠਾਣਾ ਸਭ ਨੇ ਸੁਣਿਆ ਤੇ ਸਭ ਨੇ ਸੁਣ ਕੇ ਆਪਣੇ ਮਨਾਂ ਵਿੱਚ ਇਹ ਮਸਲਤ ਕੀਤੀ, ਇਹ ਵਿਚਾਰ ਕੀਤੀ ਗੁਰੂ ਨਾ ਸਿਧਾਏ। ਕਹਿਣ ਲੱਗੇ ਵੇਖਿਓ ਕਿਤੇ ਗੁਰੂ ਲੰਘ ਨਾ ਜਾਏ, ਕਿਤੇ ਭੇਖ ਨਾ ਵਟਾ ਜਾਏ, ਕਿਤੇ ਫਿਰ ਸਾਨੂੰ ਧੋਖਾ ਦੇ ਕੇ ਸਾਡੇ ਹੱਥਾਂ ਚੋਂ ਨਿਕਲ ਨਾ ਜਾਵੇ। ਨਿਸਕੋ ਡੇਰੇ ਬਿਖੈ ਉਤਾਰੋ ਖਾਨ ਪਾਨ ਤੇ ਪਰਖਿਓ ਜਾਏ। ਹੁਣ ਜਦੋਂ ਤੱਕ ਉਹਨਾਂ ਦੀ ਤਸੱਲੀ ਨਹੀਂ ਸੀ ਹੋਣੀ, ਉਦੋਂ ਤੱਕ ਉਹਨਾਂ ਨੇ ਸਤਿਗੁਰੂ ਨੂੰ ਜਾਣ ਵੀ ਨਹੀਂ ਸੀ ਦੇਣਾ। ਹੁਣ ਉਹਨਾਂ ਨੇ ਇੱਕ ਮਸਲਤ ਕੀਤੀ, ਭਾਵ ਇੱਕ ਮਤਾ ਪਕਾਇਆ ਕਚਹਿਰੀ ਦੇ ਅੰਦਰ ਹੀ ਆਪਣੇ ਬੈਠਿਆਂ ਤੁਰਕਾਂ ਨੇ। ਕਹਿਣ ਲੱਗੇ ਜਾਣ ਨਾ ਦਿਓ, ਅੱਜ ਦੀ ਰਾਤ ਇਹਨਾਂ ਨੂੰ ਇੱਥੇ ਠਹਿਰਾਵ ਦੇ ਦਿਓ, ਭਾਵ ਇਹਨਾਂ ਨੂੰ ਕਹੋ ਤੁਸੀਂ ਇੱਥੇ ਹੀ ਰੁਕੋ, ਕੱਲ ਨੂੰ ਤੁਸੀਂ ਇੱਥੋਂ ਚਲੇ ਜਾਣਾ ਜੀ। ਹੋਤ ਫਜਰ ਕੇ ਰੁਖਸੰਦ ਕਰੀਐ ਆਪ ਕਰੋ ਜਾਰਤ ਦਰਸਾਈ। ਨਿਸਕੋ ਡੇਰੇ ਵਿਖੇ ਉਤਾਰੋ, ਅੱਜ ਦੀ ਰਾਤ ਇਹਨਾਂ ਦਾ ਡੇਰਾ ਇੱਥੇ ਉਤਾਰੋ। ਤੇ ਨਾਲ ਹੀ ਕਹਿਣ ਲੱਗੇ ਖਾਨ ਪਾਨ ਤੇ ਪਰਖਿਓ ਜਾਏ, ਇਹਨਾਂ ਦਾ ਖਾਣਾ ਪੀਣਾ ਉਹ ਸਾਰੇ ਇੰਤਜ਼ਾਮ ਇਹਨਾਂ ਦੇ ਕੀਤੇ ਜਾਣ। ਨਾਲ ਹੀ ਕਹਿੰਦੇ ਆ ਹੋਤ ਫਜਰ ਕੋ ਰੁਖਸਤ ਕਰੀਐ। ਜਦੋਂ ਫਜਰ, ਵੇਖੋ ਮੁਸਲਮਾਨ ਧਰਮ ਦੀਆਂ 5 ਨਮਾਜ਼ਾਂ ਨੇ, 5 ਨਮਾਜ਼ਾਂ ਦੇ ਵਿੱਚੋਂ ਇੱਕ ਨਮਾਜ਼ ਹੈ ਫਜਰ ਦੀ ਨਮਾਜ਼। ਤੇ ਫਜਰ ਦੀ ਨਮਾਜ਼ ਹੁੰਦੀ ਹੈ ਸਵੇਰ ਦੀ ਨਮਾਜ਼। ਕਹਿੰਦੇ ਸਵੇਰ ਦਾ ਜਦੋਂ ਵਕਤ ਹੋਵੇਗਾ, ਫਜਰ ਦਾ ਜਦੋਂ ਵਕਤ ਹੋਵੇਗਾ, ਉਦੋਂ ਇਹਨਾਂ ਨੂੰ ਰੁਖਸਤ ਕਰ ਦੇਣਾ ਹੈ, ਭਾਵ ਇਹਨਾਂ ਨੂੰ ਕਹਿਣਾ ਤੁਸੀਂ ਚਲੇ ਜਾਓ, ਹੁਣ ਤੁਹਾਨੂੰ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਤੇ ਨਾਲ ਹੀ ਫਿਰ ਕਹਿੰਦੇ ਆਪ ਕਰੋ ਜਾਚਤ ਦਰਸਾਏ, ਤੇ ਜਾ ਕੇ ਚੰਗੀ ਤਰ੍ਹਾਂ ਆਪਣੇ ਅਹਿਲਕਾਰਾਂ ਨੂੰ ਕਹਿੰਦੇ ਚੰਗੀ ਤਰ੍ਹਾਂ
ਪੋਖ ਪੜਤਾਲ ਕਰੋ ਕਿ ਸੱਚ ਵਿੱਚ ਜੋ ਇਹਨਾਂ ਦੱਸਿਆ ਇਹ ਉਹੀ ਹਨ। ਇਮ ਕੈ ਪਠੇ ਸਿਪਾਹੀ ਪਹੁੰਚੇ ਡਿਗ, ਸਤਿਗੁਰ ਕੇ ਕਹੀ ਸੁਨਾਏ। ਜਿਸ ਤਰ੍ਹਾਂ ਉਮਰਾਵ ਤੇ ਤੁਰਕਾਂ ਨੇ ਕਚਹਿਰੀ ਦੇ ਵਿੱਚ ਜੋ ਗੱਲਾਂ ਕਹੀਆਂ, ਉਸੇ ਤਰ੍ਹਾਂ ਆ ਕੇ ਉਹਨਾਂ ਦੇ ਅਹਿਲਕਾਰਾਂ ਨੇ, ਉਸੇ ਤਰ੍ਹਾਂ ਆ ਕੇ ਉਸ ਫੌਜੀ ਦਸਤੇ ਨੇ ਭਾਈ ਗਨੀ ਖਾਂ ਭਾਈ ਨਵੀ ਖਾਂ ਨੂੰ ਆਖਿਆ। ਕੀ ਕਹਿੰਦੇ ਆ ਕੇ ਕਹਿਣ ਲੱਗੇ, ਇਮ ਕੈ ਪਠੇ ਸਿਪਾਹੀ ਪਹੁੰਚੇ ਢਿਗ, ਸਤਿਗੁਰ ਕੇ ਕਹੀ ਸੁਣਾਏ। ਆ ਕੇ ਸਤਿਗੁਰੂ ਜੀ ਨੂੰ ਉਸੇ ਤਰ੍ਹਾਂ ਗੱਲਾਂ ਉਹਨਾਂ ਸੁਣਾ ਦਿੱਤੀਆਂ ਹਨ। ਹੁਕਮ ਕਰਿਓ ਉਮਰਾਓ ਆਪ ਕੋ ਡੇਰਾ ਕਰੀਏ, ਨਿਸ ਇਕ ਆਏ। ਕਹਿਣ ਲੱਗੇ ਉਮਰਾਵ ਨੇ ਹੁਕਮ ਕੀਤਾ ਹੈ, ਭਾਵ ਉਹਨਾਂ ਦੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਿ ਅੱਜ ਦੀ ਰਾਤ, ਅੱਜ ਦੀ ਨਿਸ ਤੁਸੀਂ ਸਾਡੇ ਮਹਿਲਾਂ ਵਿੱਚ ਹੀ ਬਿਤਾਵੋ ਜੀ। ਹਜ਼ਰ ਜਾਓ ਜਿਦ ਇੱਛਾ ਹੋਵੇ, ਭੋਰ ਨਹੀਂ ਕੋ ਤੁਮ ਅਟਕਾਏ। ਸਵੇਰ ਹੋਵੇਗੀ, ਫਜਰ ਦਾ ਦਿਨ ਚੜ੍ਹੇਗਾ ਤੇ ਜਿੱਥੇ ਤੁਸੀਂ ਜਾਣਾ ਚਾਹੋ ਚਲੇ ਜਾਣਾ, ਤੁਹਾਡੇ ਰਾਹਾਂ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੋਏਗੀ, ਭਾਵ ਤੁਹਾਨੂੰ ਕੋਈ ਰੋਕੇਗਾ ਨਹੀਂ। ਇਸ ਤਰ੍ਹਾਂ ਕਰਕੇ ਤੁਸੀਂ ਅੱਜ ਦੀ ਰਾਤ ਸਾਡੇ ਕੋਲ ਬਿਤਾਉਣਾ ਕਰੋ। ਦਇਆ ਸਿੰਘ ਸੁਨੇ ਬਾਕ ਬਖਾਨਿਓ, ਤੰਬੂ ਦੀਜੈ ਪ੍ਰਥਕ ਲਗਾਏ। ਪਿਆਰ ਕਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਸਿੰਘ ਭਾਈ ਦਇਆ ਸਿੰਘ ਪਿਆਰਾ ਬੋਲਦਾ। ਭਾਈ ਦਇਆ ਸਿੰਘ ਕਹਿਣ ਲੱਗੇ ਉਹਨਾਂ ਨੂੰ, ਅਹਿਲਕਾਰਾਂ ਨੂੰ, ਕਹਿੰਦੇ ਅਸੀਂ ਰਵਾਂਗੇ ਪਰ ਰਹਿਣ ਦੇ ਲਈ ਸਾਡਾ ਇੱਕ ਤੰਬੂ ਅਲੱਗ ਤੋਂ ਗੱਡਿਆ ਜਾਵੇ, ਭਾਵ ਇੱਕ ਤੰਬੂ ਲਵਾਇਆ ਜਾਵੇ ਜਿਸ ਤੰਬੂ ਦੇ ਵਿੱਚ ਸਾਡੇ ਉੱਚ ਦੇ ਪੀਰ ਤੇ ਅਸੀਂ ਵਿਸ਼ਰਾਮ ਕਰ ਸਕੀਏ। ਤਬ ਹੈ ਪੀਰ ਜੀ ਸਿਵਰ ਕਰਹਿੰਗੇ, ਜਾਰਤ ਕਰੇ ਆਏ ਸਮੁਦਾਏ। ਕਹਿੰਦੇ ਪੀਰ ਜੀ ਉੱਥੇ ਬੈਠ ਕੇ ਆਰਾਮ ਕਰਨਗੇ, ਕੁਝ ਚਿਰ ਆਰਾਮ ਕਰਨਗੇ ਤੇ ਫਿਰ ਜਿੰਨੇ ਜਿੰਨੇ ਗੁਰੂ ਦੇ ਦਰਸ਼ਨ ਕਰਨੇ, ਭਾਵ ਜਿਨ੍ਹਾਂ ਜਿਨ੍ਹਾਂ ਨੇ ਪੀਰ ਦੇ ਦਰਸ਼ਨ ਕਰਨੇ ਆ, ਜਿਨ੍ਹਾਂ ਜਿਨ੍ਹਾਂ ਨੇ ਵੀ ਪੀਰ ਨੂੰ ਵੇਖਣਾ ਹੈ, ਜਿਹੜੇ ਨਮਸਕਾਰਾਂ ਕਰਨਾ ਚਾਹੁੰਦੇ ਆ, ਫਿਰ ਉਹ ਵੀ ਆ ਕੇ ਨਮਸਕਾਰਾਂ ਕਰ ਸਕਦੇ ਹਨ। ਤਿਨੋ ਬੂਝ ਉਮਰਾਵ ਲਿਓ ਪੁਨ ਭਾਰ ਪੋਰ, ਦੁਰਗ ਕੇ ਮਾਹੀ। ਉਹਨਾਂ ਨੇ ਉਮਰਾਵ ਨੂੰ ਪੁੱਛ ਲਿਆ, ਭਾਵ ਜਿਹੜਾ ਉਹਨਾਂ ਦਾ ਵੱਡਾ ਹਾਕਮ ਸੀ ਉਹਨੂੰ ਪੁੱਛ ਲਿਆ, ਤੇ ਉਹਨੂੰ ਪੁੱਛ ਕੇ ਉਹਨਾਂ ਨੇ ਜਿਹੜਾ ਕਿਲਾ ਸੀ ਉਹਦੇ ਦਰਵਾਜ਼ੇ ਦੇ ਅੰਦਰ, ਬਿਲਕੁਲ ਦਰਵਾਜ਼ੇ ਦੇ ਨੇੜੇ ਇੱਕ ਤੰਬੂ ਉਹਨਾਂ ਦਾ ਲਵਾ ਦਿੱਤਾ ਹੈ। ਅੰਤਰ ਜੈਬੇ ਕੋ ਮਗ ਢਿਗ ਢਿਗ, ਤੇਠਾਂ ਤੰਬੂ ਦੀਨ ਲਗਾਏ। ਇਸ ਤਰ੍ਹਾਂ ਅੰਦਰ ਵੜਦੇ ਹੀ ਸਤਿਗੁਰ ਜੀ ਦਾ ਤੰਬੂ ਲੱਗ ਗਿਆ ਤੇ ਤੰਬੂ ਨੂੰ ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਬਣਾ ਸਵਾ ਸਜਾ ਕੇ ਇਸ ਤਰ੍ਹਾਂ ਉਹਨੂੰ ਤਿਆਰ ਕੀਤਾ ਹੈ। ਨਬੀ ਗਨੀ ਖਾਂ ਗਮਨੇ ਅੰਤਰ, ਦਇਆ ਸਿੰਘ ਪਛਾਤ ਚਲਾਏ। ਇਸ ਤਰ੍ਹਾਂ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਸਭ ਤੋਂ ਪਹਿਲਾਂ ਅੰਦਰ ਪੈਰ ਪਾਏ, ਉਸ ਤੋਂ ਬਾਅਦ ਭਾਈ ਦਇਆ ਸਿੰਘ ਤੇ ਜਿਹੜੇ ਸਿੰਘ ਨੇ ਉਹਨਾਂ ਨੇ ਅੰਦਰ ਪੈਰ ਪਾਏ ਹਨ। ਧਰਮ ਸਿੰਘ ਅਰੇ ਮਾਨ ਸਿੰਘ, ਜੁਗ ਪਾਛਲ ਪਾਵੇ ਸੀਸ ਉਠਾਏ। ਇਸ ਤਰ੍ਹਾਂ ਜਿਨ੍ਹਾਂ ਨੇ ਪਿੱਛੋਂ ਪਲੰਗ ਨੂੰ ਚੁੱਕਿਆ ਹੋਇਆ, ਭਾਈ ਗਨੀ ਖਾਂ ਭਾਈ ਨਬੀ ਖਾਂ ਪਹਿਲਾਂ ਪੈਰ ਧਰਦੇ ਆ, ਉਸ ਤੋਂ ਬਾਅਦ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਉਸ ਕਿਲੇ ਦੇ ਦਰਵਾਜ਼ੇ ਦੇ ਅੰਦਰ ਪੈਰ ਟਿਕਾਉਂਦੇ ਆ ਤੇ ਸਤਿਗੁਰੂ ਜੀ ਨੂੰ ਲੈ ਕੇ ਅੰਦਰ ਜਾਂਦੇ ਹਨ। ਪ੍ਰਥਮ ਪੋਰ ਕੇ ਅੰਤਰ ਬਰ ਕਰ ਦੁੱਤੇ, ਪੋਰ ਤੇ ਕਛ ਅਗਵਾਏ। ਇਸ ਤਰ੍ਹਾਂ ਪਹਿਲੇ ਦਰਵਾਜ਼ੇ ਦੇ ਅੰਦਰ ਦਾਖਲ ਹੋ ਕੇ ਤੇ ਦੂਜੇ ਦਰਵਾਜ਼ੇ ਦੇ ਕੁਝ ਅੱਗੇ ਜਾ ਕੇ ਤੰਬੂ ਦੇ ਵਿੱਚ ਪਲੰਗ ਉਹਨਾਂ ਰੱਖ ਦਿੱਤਾ ਹੈ। ਤੰਬੂ ਵਿਖੇ ਪ੍ਰੰਕ ਉਤਾਰਿਓ, ਪਾਂਚੋਂ ਬੈਠੇ ਡਿਗ ਦਰਸਾਏ। ਜਦੋਂ ਪਲੰਗ ਨੂੰ ਉਸ ਤੰਬੂ ਦੇ ਅੰਦਰ ਵਿਛਾ ਦਿੱਤਾ, ਉਸ ਤੰਬੂ ਦੇ ਅੰਦਰ ਢਾ ਦਿੱਤਾ ਪਲੰਗ ਨੂੰ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਲੰਗ ਦੇ ਉੱਤੇ ਬਿਰਾਜਮਾਨ ਹੋ ਗਏ ਤੇ ਨਾਲ ਹੀ ਭਾਈ ਗਨੀ ਖਾਂ, ਭਾਈ ਨਬੀ ਖਾਂ ਤੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਸਤਿਗੁਰੂ ਜੀ ਦੇ ਨੇੜੇ ਬੈਠ ਗਏ ਹਨ। ਕੇਤਕ ਦੇਰ ਮੈਂ ਪੁਨ ਨਰ ਆਇਓ, ਤੁਮ ਸੋ ਕਹਿ ਭੇਜਿਓ ਉਮਰਾਏ। ਕਹਿਣ ਲੱਗੇ ਇੰਨੀ ਦੇਰ ਨੂੰ ਹੀ ਜਿਹੜੇ ਹਾਕਮ ਦੇ ਬੰਦੇ ਸਨ ਉਹ ਸਤਿਗੁਰੂ ਜੀ ਦੇ ਕੋਲ ਆ ਕੇ ਗੱਲ ਕਹਿੰਦੇ ਆ, ਸਾਨੂੰ ਹਾਕਮ ਨੇ ਭੇਜਿਆ ਹੈ। ਕਹਿ ਸਾਦੀ ਆਨ ਜੇ ਕੋਈ ਨਿਸ਼ਚੇ,
ਸਈਅਤ ਦੇਹੋ ਬਤਾਏ। ਸਾਦੀ ਦਾ ਅਰਥ ਹੁੰਦਾ ਪਹਿਚਾਣ ਕਰਨੀ। ਕਹਿਣ ਲੱਗੇ ਹਾਕਮ ਦਾ ਹੁਕਮ ਹੈ, ਇਹ ਹੁਕਮ ਹੈ ਕਿ ਵੀ ਤੁਹਾਡੀ ਕੋਈ ਪਹਿਚਾਣ ਕਰਾਏ, ਭਾਵ ਤੁਹਾਡੇ ਬਾਰੇ ਕੋਈ ਦੱਸੇ ਕਿ ਤੁਸੀਂ ਸੱਚ ਦੇ ਵਿੱਚ ਹੀ ਉੱਠਦੇ ਪੀਰ ਹੋ, ਤੁਸੀਂ ਤੁਹਾਡੇ ਬਾਰੇ ਕੋਈ ਦੱਸੇ ਕਿ ਤੁਸੀਂ ਸੱਚ ਵਿੱਚ ਹਾਜੀ ਲੋਕ ਹੋ, ਤੁਸੀਂ ਹੱਜ ਕਰਕੇ ਆਏ ਹੋ। ਜੇ ਤਾਂ ਤੁਹਾਡੀ ਕੋਈ ਇਹ ਗਵਾਹੀ ਪਾ ਦਿੰਦਾ ਹੈ ਫਿਰ ਤਾਂ ਤੁਹਾਨੂੰ ਅਸੀਂ ਸਵੇਰ ਨੂੰ ਜਾਣ ਦਿਆਂਗੇ, ਪਰ ਜੇ ਤੁਹਾਡੀ ਕੋਈ ਗਵਾਹੀ ਨਹੀਂ ਪਾਏਗਾ ਫਿਰ ਹੋ ਸਕਦਾ ਤੁਸੀਂ ਇਸ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਸਵੇਰੇ ਨਿਕਲ ਹੀ ਨਾ ਪਾਵੋ। ਤੋ ਤੁਮ ਜਾਨ ਪਾਓਗੇ ਆਗੇ, ਜੇ ਕੋ ਨਹੀਂ ਬਤਾਵਹਿ ਆਏ। ਜੇ ਨਹੀਂ ਦੱਸੇਗਾ ਕੋਈ, ਤੁਹਾਡੀ ਨਹੀਂ ਗਵਾਹੀ ਭਰੇਗਾ, ਭਾਵ ਤੁਹਾਡੇ ਬਾਰੇ ਕੋਈ ਨਹੀਂ ਦੱਸ ਪਾਏਗਾ, ਫਿਰ ਤੁਹਾਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਵੇਗਾ। ਤੇ ਅਟਕੈ ਹੀ ਇਹ ਠਾਂ ਰਹੋ, ਇਸ ਕਾਰਨ ਕੁਝ ਕਰੋ ਉਪਾਏ। ਇਸ ਤਰ੍ਹਾਂ ਹੁਣ ਤੁਸੀਂ ਕੋਈ ਉਪਾਅ ਕਰਨਾ ਹੈ ਤੇ ਤੁਸੀਂ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਜਾਣਦਾ ਹੈ ਤੇ ਤੁਸੀਂ ਉਹਨੂੰ ਸੰਦੇਸ਼ ਘੱਲ ਕੇ ਉਹਨੂੰ ਬੁਲਾ ਸਕਦੇ ਹੋ। ਤੁਹਾਡੇ ਲਈ ਸਿਰਫ ਇਹੀ ਗੱਲ ਹਾਕਮ ਵੱਲੋਂ ਹੈ ਜੀ। ਸ੍ਰੀ ਗੁਰ ਸਨਮੁਖ ਤੇ ਫਰਮਾਇਆ, ਸੈਯਦ ਵਸੈ ਨੂਰਪੁਰ ਥਾਈ। ਜਦੋਂ ਹਾਕਮਾਂ ਨੇ ਇਹ ਗੱਲ ਆਖੀ, ਉਹਨਾਂ ਐਲਕਾਰਾਂ ਨੇ ਇਹ ਗੱਲ ਆਖੀ, ਤੇ ਸਤਿਗੁਰੂ ਦੀਨ ਦਿਆਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮੁਖ ਤੋਂ ਬਚਨ ਉਚਾਰਨ ਕਰਦੇ ਆ। ਮੁਖ ਤੋਂ ਬਚਨ ਉਚਾਰਨ ਕਰਕੇ ਕਹਿੰਦੇ, ਸ੍ਰੀ ਗੁਰੂ ਸੁਨ ਮੁਖ ਤੇ ਫਰਮਾਇਓ, ਸੈਯਦ ਬਸੈ ਨੂਰਪੁਰ ਥਾਏ। ਕਹਿਣ ਲੱਗੇ ਲਾਗੇ ਹੀ ਕੋਲ ਹੀ ਇੱਕ ਨੂਰਪੁਰ ਹੈ, ਉੱਥੇ ਰਹਿਣ ਵਾਲਾ ਸੈਯਦ, ਤੁਸੀਂ ਉਹਨੂੰ ਬੁਲਾ ਦਿਓ। ਅਬ ਮਾਛੀ ਵਾਰੇ ਹੈ ਦਲ ਮੈਂ, ਤਿਸਕੋ ਬੂਝੇ ਲਿਹੋ ਬੁਲਾਏ। ਅਸੀਂ ਮਾਛੀਵਾੜੇ ਆਏ ਹਾਂ, ਸਾਡੀ ਗਵਾਹੀ ਉਹ ਨੂਰਪੁਰ ਦਾ ਸੈਯਦ ਜਿਹੜਾ ਹੈ ਉਹ ਭਰ ਦੇਗਾ। ਤੁਸੀਂ ਜਿੰਨੀ ਜਲਦੀ ਹੋ ਸਕੇ ਸੰਦੇਸ਼ ਉਹਦੇ ਕੰਨਾਂ ਵਿੱਚ ਪਾ ਦਿਓ ਜੀ। ਅਬ ਨਰ ਜਾਏ ਕਾਰਨ ਕਰਹਿ, ਭੋਰ ਹੋਤ ਲੋ ਸੋ ਚਲੇ ਆਏ। ਕਹਿਣ ਲੱਗੇ ਹੁਣ ਹਾਕਮ ਦੇ ਕੁਝ ਕੁ ਬੰਦੇ ਨੂਰਪੁਰ ਵੱਲ ਰੁਖਸਤ ਹੁੰਦੇ ਆ, ਤੇ ਜਲਦੀ ਜਾ ਕੇ ਉਸ ਨੂਰਪੁਰ ਦੇ ਹਾਜੀ ਨੂੰ, ਭਾਵ ਹਜ ਕਰਨ ਵਾਲੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਹਨ। ਇਵ ਸੁਨ ਕੇ ਮੁਰਾਇਬ ਸੋ ਤੈ ਛਿਨਾ, ਪਠਿਓ ਸਹੁਰ ਜਾਏ ਉਤਲਾਏ। ਇਸ ਤਰ੍ਹਾਂ ਉਹਨਾਂ ਨੇ ਆਪਣੇ ਘੋੜਿਆਂ ਨੂੰ ਨੂਰਪੁਰ ਵਾਲੇ ਪਾਸੇ ਦੌੜਾਇਆ ਹੈ ਜੀ। ਨੂਰਪੁਰੇ ਕੇ ਉਹ ਸੈਯਦ ਦਲ ਮੈਂ, ਅਮੁਕ ਸਿਵਰ ਮੈਂ ਲਿਆਓ ਬੁਲਾਏ। ਨੂਰਪੁਰ ਦੇ ਸੈਯਦ ਨੂੰ ਅਸੀਂ ਬੁਲਾ ਕੇ ਲੈ ਕੇ ਆਵਾਂਗੇ ਤੇ ਜਲਦੀ ਲਿਆ ਕੇ ਤੁਹਾਡੇ ਕੋਲ ਉਹਨੂੰ ਖੜਾ ਕਰ ਦਿਆਂਗੇ। ਜਮਨਿਓ ਚੜ ਕੇ ਮਾਛੀ ਵਾਰੇ, ਗੁਰ ਤੰਬੂ ਮੈਂ ਟਿਕੇ ਸੁਆਏ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਤੰਬੂ ਦੇ ਵਿੱਚ ਉਹਨਾਂ ਦਾ ਆਸਣ ਲਾ ਦਿੱਤਾ ਤੇ ਜਿਸ ਕਿਲੇ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸੇ ਕਿਲੇ ਦੇ ਅੰਦਰ ਨੇ, ਉਸੇ ਤੰਬੂ ਦੇ ਅੰਦਰ ਨੇ। ਫਿਰ ਬੇਨਤੀ ਕਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਗਨੀ ਖਾਂ ਤੇ ਭਾਈ ਨਬੀ ਖਾਂ, ਇਹ 5 ਜਾਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਨੇ ਤੇ ਸਤਿਗੁਰੂ ਜੀ ਉਹਨਾਂ ਦੇ ਨਾਲ ਨੇ। ਇਸ ਤਰ੍ਹਾਂ ਕਿਲੇ ਦੇ ਅੰਦਰ ਸਤਿਗੁਰੂ ਜੀ ਨੇ ਕਿਸ ਤਰ੍ਹਾਂ ਸੈਯਦ ਨੂਰਪੁਰ ਦਾ ਆ ਕੇ ਸਤਿਗੁਰੂ ਜੀ ਦੀ ਗਵਾਹੀ ਦਿੰਦਾ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਉਸ ਕਿਲੇ, ਉਸ ਤੰਬੂ ਵਿੱਚੋਂ ਬਾਹਰ ਕੱਢ ਕੇ ਆਪਣੇ ਨਾਲ ਲੈ ਕੇ ਜਾਂਦਾ ਹੈ। ਕੱਲ੍ਹ ਦੇ ਦੀਵਾਨ ਦੇ ਅੰਦਰ ਵਿਚਾਰਾਂਗੇ ਜੀ। ਥੋੜ੍ਹੀ ਜਿਹੀ ਆਪਾਂ ਸਮੇਂ ਵਿੱਚ ਤਬਦੀਲੀ ਕੀਤੀ ਹੈ, ਮਾਫ ਕਰਨਾ, ਕੱਲ੍ਹ ਅਨਾਉਂਸਮੈਂਟ ਨਹੀਂ ਕਰ ਪਏ, ਨਿਕਲ ਗਿਆ ਦਿਮਾਗ 'ਚੋਂ। ਜਿਹੜਾ ਰਹਿਰਾਸ ਦਾ ਟਾਈਮ ਹੈ 6:30 ਵਜੇ ਤੋਂ ਲੈ ਕੇ 7:10 ਦਾ ਕੀਤਾ ਗਿਆ ਹੈ। 7:10 ਤੋਂ ਲੈ ਕੇ 7:50 ਤੱਕ ਹਜ਼ੂਰੀ ਰਾਗੀ ਕੀਰਤਨ ਕਰੇਗਾ। 7:50 ਤੋਂ ਲੈ ਕੇ 8:20 ਤੱਕ ਜਿਹੜੀ ਹੈ ਉਹ ਕਥਾ ਵਿਚਾਰ ਹੋਵੇਗੀ। ਫਿਰ ਦੁਬਾਰਾ ਬੇਨਤੀ ਕਰਦੇ ਹਾਂ, 6:30 ਵਜੇ ਤੋਂ ਲੈ ਕੇ 7:10 ਤੱਕ ਰਹਿਰਾਸ ਦਾ ਪਾਠ, 7:10 ਤੋਂ ਲੈ ਕੇ 7:50 ਤੱਕ ਕੀਰਤਨ ਹੋਵੇਗਾ, 7:50 ਤੋਂ ਲੈ ਕੇ 8:20 ਤੱਕ ਕਥਾ ਵਿਚਾਰਾਂ ਹੋਣਗੀਆਂ ਜੀ। ਆਪ ਜੀ ਨੇ ਇਹ ਸਮਾਂ ਨੋਟ ਕਰ ਲੈਣਾ ਜੀ। ਭੁੱਲਾਂ ਦੀ ਖਿਮਾ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।